वार 18वीं पौड़ी चौथी। पंज तत परवान कर खानी चार जगत उपाया लख 84 जून विच आवागमन चलत वरताया। वाहिगुरु जी का खालसा वाहिगुरु जी की फतेह। पंज तत परवान कर खानी चार जगत उपाया। ਭਾਈ ਗੁਰਦਾਸ ਜੀ ਚੌਥੀ ਪੌੜੀ ਦੇ ਵਿੱਚ ਕਹਿੰਦੇ ਪਰਮਾਤਮਾ ਨੇ ਇਹ ਕੁਦਰਤ ਨੂੰ ਸਾਜਿਆ ਹੈ ਤੇ ਇਹ ਕੁਦਰਤ ਨੂੰ ਸਾਜ ਕੇ ਇੱਕ ਲੇਖੇ ਵਿੱਚ ਰੱਖਿਆ ਹੈ, ਇੱਕ ਕਾਊਂਟ ਵਿੱਚ ਰੱਖਿਆ ਹੈ। ਹਰ ਇੱਕ ਕੁਦਰਤ ਵਿੱਚ ਵਸਣ ਵਾਲੀ ਚੀਜ਼ ਦੀ ਲਾਈਫ ਹੁੰਦੀ ਹੈ ਤੇ ਇਹ ਜਿਹੜਾ ਉਸ ਦੀ ਲਾਈਫ ਹੈ, ਇਹ ਲਾਈਫ ਜਿਹੜੀ ਹੈ ਜਾਂ ਕਿੰਨਾ ਕੁ ਸਮਾਂ ਉਸ ਜੀਵ ਨੇ ਇਸ ਸੰਸਾਰ ਵਿੱਚ ਰਹਿਣਾ ਹੈ, ਉਹਦਾ ਸਰੀਰ ਕਿੰਨਾ ਚਿਰ ਤੱਕ ਰਹੇਗਾ, ਇਸ ਦੀ ਗਿਣਤੀ ਹੈ। ਇਸ ਨੂੰ ਕਹਿੰਦੇ ਆ ਲੇਖਾ। ਸੋ ਇਹ ਲੇਖੇ ਦੇ ਵਿੱਚ ਹੈ। ਸੋ ਹਰ ਇੱਕ ਜਿਹੜੀ ਚੀਜ਼ ਇਸ ਸੰਸਾਰ ਤੇ ਪੈਦਾ ਹੁੰਦੀ ਹੈ, ਪਲਦੀ ਹੈ, ਮਰਦੀ ਹੈ, ਉਹ ਲੇਖੇ ਵਿੱਚ ਹੈ, ਹਰ ਇੱਕ ਕਾਊਂਟ ਦੇ ਵਿੱਚ ਹੈ। ਦੂਸਰੀ ਗੱਲ ਇਹ ਹੈ ਕਿ ਇਹ ਸਾਰੀ ਹੀ ਸ੍ਰਿਸ਼ਟੀ ਜਿਹੜੀ ਹਨ ਪਰਮਾਤਮਾ ਦੇ ਹੁਕਮ ਵਿੱਚ ਚੱਲਦੀ ਹੈ। ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਹੁਣ ਉਹ ਜਿਹੜਾ ਹਨ ਉਸ ਹੁਕਮ ਨੂੰ ਸਮਝਾਉਣ ਵਾਸਤੇ ਭਾਈ ਗੁਰਦਾਸ ਜੀ ਨੇ ਲੇਖੇ ਦੀ ਗੱਲ ਪਹਿਲਾਂ ਕੀਤੀ ਕਿ ਇਹ ਸਭ ਕੁਝ ਲੇਖਾ ਹੈ। ਹੁਣ ਕਿਉਂਕਿ ਜਦੋਂ ਹੁਕਮ ਹੈ ਤੇ ਉਹ ਹੁਕਮ ਜਿਹੜਾ ਹੈ ਵਰਤਦਾ ਹੈ, ਉਹ ਹੁਕਮ ਵਰਤਦਾ ਲੇਖੇ ਤੇ। ਹੁਣ ਲੇਖਾ ਜਿਹੜਾ ਹੈ ਇਹ ਸਭ ਨੂੰ ਪਰਮਾਤਮਾ ਨੇ ਆਪਣੇ ਇੱਕ ਲੇਖ ਵਿੱਚ ਰੱਖਿਆ ਹੈ। ਇਸ ਕਰਕੇ ਇਸ ਲੇਖੇ ਦੀ ਜਿਹੜੀ ਗੱਲ ਹੈ, ਹੁਣ ਇਹ ਲੇਖਾ ਕਿਵੇਂ ਬਣਦਾ ਹੈ, ਕਿੱਥੋਂ ਬਣਦਾ ਹੈ, ਕਿੱਥੋਂ ਆਇਆ ਹੈ ਤੇ ਕਿੰਨਾ ਕੁ ਚਿਰ ਇਨਸਾਨ ਦਾ ਇਹ ਲੇਖਾ, ਕਿਉਂਕਿ ਇੱਕ ਲੇਖਾ ਦੂਜੇ ਜੀਵ ਦੇ ਲੇਖੇ ਨਾਲ ਮਿਲਦਾ ਵੀ ਨਹੀਂ ਹੈ, ਸਾਰਿਆਂ ਦਾ ਅੱਡੋ ਅੱਡ ਹੈ, ਸਾਰਿਆਂ ਦਾ ਡਿਫਰੈਂਟ ਹੈ। ਸੋ ਪਰ ਇਹ ਲੇਖਾ ਜਿਹੜਾ ਹੈ ਕਿਸ ਤਰ੍ਹਾਂ ਦਾ ਹੈ, ਉਹ ਭਾਈ ਗੁਰਦਾਸ ਜੀ ਆਪਾਂ ਨੂੰ ਸਮਝਾ ਰਹੇ ਹਨ। ਪੰਜ ਤਤ ਪ੍ਰਵਾਨ ਕਰ। ਸਭ ਤੋਂ ਪਹਿਲਾਂ ਪਰਮਾਤਮਾ ਨੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਪੰਜ ਤੱਤਾਂ ਨੂੰ ਪ੍ਰਵਾਨ ਕਰਕੇ, ਐਕਸੈਪਟ ਕਰਕੇ। ਇਹ ਪੰਜ ਤੱਤਾਂ ਨੂੰ ਐਕਸੈਪਟ ਕਰਨ ਦੀ ਗੱਲ ਹੈ ਕਿਉਂਕਿ ਇਹ ਪੰਜ ਤੱਤਾਂ ਰਾਹੀਂ ਹੀ ਸਾਰੀ ਹੀ ਸੰਸਾਰ ਦੀ ਪੈਦਾਇਸ਼ ਹੋਈ ਹੈ। ਸਾਰੇ ਹੀ ਇਹ ਪਦਾਰਥ ਜਿਹੜੇ ਬਣੇ ਨੇ, ਇਹ ਸਾਰੇ ਜਿਹੜੀ ਉਪਜੀਵਕਾ ਬਣੀ ਹੈ, ਇਹ ਸਾਰੇ ਹੀ ਪੰਜ ਤੱਤਾਂ ਦੇ ਅਧੀਨ ਹੈ, ਪੰਜ ਤੱਤਾਂ ਨਾਲ ਹੀ ਬਣਾਈ ਹੈ। ਖਾਣੀ ਚਾਰ ਜਗਤ ਉਪਾਇਆ। ਫਿਰ ਦੇਖੋ ਪਰਮਾਤਮਾ ਨੇ ਚਾਰ ਖਾਣੀਆਂ ਬਣਾਈਆਂ ਜਿਹਦੇ ਵਿੱਚ ਅੰਡਜ, ਜੇਰਜ, ਸੇਤਜ ਤੇ ਉਤਪੁਜ ਹੈ। ਸੋ ਇਹ ਚਾਰ ਖਾਣੀਆਂ ਜਿਹੜੀਆਂ ਹਨ ਕੈਟੇਗਰੀਜ਼ ਆਫ ਜਿਹੜੀ ਹੈ ਕ੍ਰੀਏਸ਼ਨ। ਸੋ ਇਹ ਪਰਮਾਤਮਾ ਨੇ ਬਣਾਈਆਂ ਜਿਹੜੀਆਂ ਅੰਡਿਆਂ ਤੋਂ ਪੈਦਾ ਹੋਣ ਵਾਲੀਆਂ, ਜਿਹੜੀਆਂ ਜੇਰਜ ਤੋਂ ਪੈਦਾ ਹੋਣ ਵਾਲੀਆਂ, ਜਿਹੜੀਆਂ ਸੇਤਜ ਤੋਂ ਤੇ ਉਤਪੁਜ। ਸੋ ਜਿਹੜੀਆਂ ਅੰਡਿਆਂ ਤੋਂ, ਫੈਟਸ ਤੋਂ, ਸਵੈਟ ਤੋਂ ਤੇ ਵੈਜੀਟੇਸ਼ਨ ਤੋਂ। ਸੋ ਇਹ ਸਾਰੀਆਂ ਜਿਹੜੀ ਸ੍ਰਿਸ਼ਟੀ ਹੈ ਪਰਮਾਤਮਾ ਨੇ ਚਾਰ ਖਾਣੀਆਂ ਵਿੱਚ ਬਣਾਈ। ਹੁਣ ਇੱਕ ਗੱਲ ਹੈ, ਇਹ ਚਾਰ ਖਾਣੀਆਂ ਜਿਹੜੀਆਂ ਨੇ ਇਹਨਾਂ ਨੂੰ ਜੇ ਟੋਟਲ ਕਰਕੇ ਦੇਖੀਏ ਵੀ ਕਿੰਨੇ ਕੁ ਸਪੀਸੀਜ਼, ਕਿੰਨੇ ਕੁ ਤਰ੍ਹਾਂ ਦੇ ਇਹਦੇ ਵਿੱਚ ਜੀਵ ਹਨ ਤੇ ਜਿਹੜਾ ਹਨ ਇਹ ਸਾਰਿਆਂ ਦੀ ਗਿਣਤੀ 84 ਲੱਖ ਕੀਤੀ ਹੈ। ਸੋ 84 ਲੱਖ ਮੀਨਸ ਜਿਹੜੀ 8.4 ਮਿਲੀਅਨ। that is number of species is not the quantity, number of species ਇੰਨੇ ਹਨ 8.4 ਮਿਲੀਅਨ, ਤੇ ਉਹਦੀ ਗਿਣਤੀ ਤਾਂ ਚਲੋ ਬਹੁਤ ਜ਼ਿਆਦਾ ਹੋਵੇਗੀ। ਤੇ ਫਿਰ ਪਰਮਾਤਮਾ ਨੇ ਜਿਹੜਾ ਹਨ ਜਿੱਥੇ 84 ਲੱਖ ਜੂਨ ਹੈ, 8.4 ਮਿਲੀਅਨ ਹੈ, 4.2 ਮਿਲੀਅਨ ਜਿਹੜੀਆਂ ਜੂਨਾਂ ਜਿਹੜੀਆਂ ਹਨ, 4.2 ਮਿਲੀਅਨ ਜੂਨਾਂ ਧਰਤੀ ਤੇ ਹਨ, 4.2 ਜਿਹੜੀਆਂ ਪਾਣੀ ਵਿੱਚ ਹਨ, ਉਹਦਾ ਵੀ ਅੱਧ ਕਰ ਦਿੱਤਾ। ਸੋ ਇਸ ਪ੍ਰਕਾਰ ਕਰਕੇ ਫਿਰ ਜਿਹੜਾ ਹਨ ਜਿਹੜਾ 21 ਲੱਖ ਜਿਹੜੀ ਹੈ ਹਰ ਇੱਕ ਖਾਣੀ ਹੈ। ਸੋ ਹਰ ਇੱਕ ਖਾਣੀ ਜਿਹੜੀ ਹੈ 2.1 ਮਿਲੀਅਨ। ਸੋ 2.1 ਮਿਲੀਅਨ ਹੀ ਅੰਡਜ ਹੈ, 2.1 ਮਿਲੀਅਨ ਹੀ ਜੇਰਜ ਹੈ, 2.1 ਮਿਲੀਅਨ ਹੀ ਸੇਤਜ ਤੇ 2.1 ਮਿਲੀਅਨ ਹੀ ਉਤਪੁਜ ਹੈ। ਇਹ ਸਾਰਾ ਬੈਲੈਂਸ ਪਰਮਾਤਮਾ ਨੇ ਕੀਤਾ ਹੋਇਆ ਹੈ। ਇਸ ਪ੍ਰਕਾਰ ਕਰਕੇ ਇਹ ਚਾਰ ਖਾਂਡੀਆਂ ਵਿੱਚ ਸਭ ਕੁਝ ਹੀ ਵੰਡ ਕਰਕੇ ਪਰਮਾਤਮਾ ਨੇ ਇਸ ਸੰਸਾਰ ਨੂੰ ਬਣਾਇਆ ਹੈ ਪੰਜ ਤੱਤਾਂ ਦੇ ਨਾਲ। ਲੱਖ 84 ਜੂਨ ਵਿੱਚ ਦੇਖੋ 84 ਲੱਖ ਜੂਨਾਂ ਪਰਮਾਤਮਾ ਨੇ ਫਿਰ ਜੀਵਾਂ ਵਾਸਤੇ ਪੈਦਾ ਕੀਤੀਆਂ, ਉਹਨਾਂ ਨੂੰ ਸਰੀਰ ਦੇਣ ਵਾਸਤੇ, ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਪੂਰੀਆਂ ਕਰਨ ਵਾਸਤੇ, ਉਹਨਾਂ ਦੇ ਕਰਮ ਭੁਗਤਾਉਣ ਵਾਸਤੇ। ਕਿਉਂਕਿ ਲੇਖਾ ਹੈ ਨਾ, ਜਿੰਨੇ ਵੀ ਕਰਮ ਕੀਤੇ ਨੇ ਉਸ ਨੂੰ ਜਿਹੜਾ ਭੁਗਤਣਾ ਪੈਣਾ ਹੀ ਹੈ। ਹਰ ਇੱਕ ਖਿਆਲ, ਹਰ ਇੱਕ ਥਾਟ ਜਿਹੜਾ ਆਇਆ, ਜਿਹੜਾ ਕਰਮ ਆਪਾਂ ਕੀਤਾ ਉਹ ਭੁਗਤਣਾ ਪੈਣਾ। ਯੂ ਹੈਵ ਟੂ ਪੇ ਫॉर ਐਵਰੀ
thought and every deed that you do in life. ਸੋ ਜਾਂ ਪ੍ਰੀਵੀਅਸ ਲਾਈਫ ਜਿਹੜੇ ਹਨ, ਸੋ ਉਹਨਾਂ ਦੇ ਲੇਖੇ ਬਣਦੇ ਨੇ। ਉਹਨਾਂ ਨੂੰ ਭੁਗਤਾਉਣ ਵਾਸਤੇ ਮਹਾਰਾਜ ਨੇ 84 ਲੱਖ ਜੂਨਾਂ ਬਣਾਈਆਂ, ਤੇ ਇਹ 84 ਲੱਖ ਜੂਨਾਂ ਦੇ ਵਿੱਚ ਜਿਹੜਾ ਹਨ ਡਿਫਰੈਂਟ ਤਰ੍ਹਾਂ ਦੇ ਉਹਨਾਂ ਦੇ ਵਿਸ਼ੇ ਵਿਕਾਰ ਹਨ, ਸਾਰੇ ਹੀ ਡਿਫਰੈਂਟ ਹਨ। ਸੋ ਇਹ ਪਰਮਾਤਮਾ ਨੇ ਖਾਸ ਬਣਾਈਆਂ। ਆਵਾਗਮਨ ਚਲਤ ਵਰਤਾਇਆ। ਫਿਰ ਇਹ ਜੀਵਾਂ ਨੂੰ ਉਸ ਜੂਨਾਂ ਦੇ ਵਿੱਚ ਜਨਮ ਦੇਣ ਵਾਸਤੇ, ਉਹ ਵੱਖਰੇ ਸਰੀਰ ਦੇਣ ਵਾਸਤੇ ਪਰਮਾਤਮਾ ਨੇ ਫਿਰ ਆਵਾਗਮਨ, ਇਹ ਰੀਇਨਕਾਰਨੇਸ਼ਨ ਦਾ ਸਾਈਕਲ ਬਣਾਇਆ। ਤੇ ਇੱਕ ਚੱਲਦਾ ਹੋਇਆ, ਇੱਕ ਮਰਿਆ, ਦੂਜਾ ਫਿਰ ਜੰਮ ਪਿਆ। ਸੋ ਇਹ ਚਲਤ ਇੱਕ ਖੇਡ ਪਰਮਾਤਮਾ ਨੇ ਵਰਤਾ ਦਿੱਤਾ ਸੰਸਾਰ ਵਿੱਚ, ਇੱਕ ਸਿਸਟਮ, ਇੱਕ ਸਾਈਕਲ ਬਣਾ ਦਿੱਤਾ, ਜਿਹਦੇ ਕਰਕੇ ਜੀਵ ਇੱਕ ਜੂਨ ਤੋਂ ਦੂਜੀ ਤੋਂ ਤੀਜੀ, ਉਹ ਜੀਵ ਇਹ ਜੂਨਾਂ ਨੂੰ ਭੁਗਤਣਾ ਸ਼ੁਰੂ ਕਰਦਾ ਹੈ। ਤੇ ਇਹ ਸਾਰੀਆਂ ਹੀ ਜੂਨਾਂ ਜਿਹੜੀਆਂ ਨੇ ਪਰਮਾਤਮਾ ਨੇ ਹੀ ਬਣਾਈਆਂ, ਤੇ ਪਰਮਾਤਮਾ ਨੇ ਉਹੀ ਜਿਹੜੇ ਹਨ ਵਿਸ਼ੇ ਵਿਕਾਰ ਨੂੰ ਪੂਰੀਆਂ ਕਰਨ ਵਾਸਤੇ, ਇੱਛਾ ਪੂਰੀਆਂ ਕਰਨ ਵਾਸਤੇ ਜੀਵਾਂ ਦੇ ਇਹ ਸਭ ਕੁਝ ਬਣਾਇਆ ਹੈ। 1 ਜੂਨ ਵਿੱਚ ਦੇਖੋ ਫਿਰ ਪਰਮਾਤਮਾ ਦੀ ਕੁਦਰਤ ਦੀ ਕਮਾਲ ਦੇਖੋ, ਕਹਿੰਦੇ ਹਰ ਇੱਕ ਜੂਨ ਦੇ ਵਿੱਚ, ਹਰ ਇੱਕ ਬਰਥ ਦੇ ਵਿੱਚ ਪਰਮਾਤਮਾ ਨੇ ਜੀਵ ਜੰਤ ਅਣਗਣਤ ਵਧਾਇਆ। ਦੇਖੋ ਫਿਰ ਜੀ ਜਨਤਾ ਅਗਣਤ, ਕਹਿੰਦੇ ਕਿ ਗਿਣਤੀ ਤੋਂ ਪਰੇ ਜੀਵ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ। 84 ਲੱਖ ਜੂਨਾਂ ਇਸ ਦ ਜਿਹੜੀਆਂ ਹਨ ਸਪੀਸੀਜ਼ ਹਨ, ਦ ਕਾਊਂਟ ਆਫ ਸਪੀਸੀਜ਼, ਬਟ ਵਿਦਿਨ ਦ ਸਪੀਸੀਜ਼ ਉਹਨਾਂ ਦੀ ਕੁਆਂਟੀਟੀ ਕਿੰਨੀ ਹੈ, ਕਿੰਨੀ ਗਿਣਤੀ ਹੈ, ਇੱਥੇ ਭਾਈ ਗੁਰਦਾਸ ਨੇ ਅਣਗਣਤ ਵਧਾਇਆ। ਅਣਗਣਤ ਹੀ ਹੈ, ਉਹਨਾਂ ਦੀ ਕੋਈ ਗਿਣਤੀ ਨਹੀਂ, ਉਹ ਕਿੰਨੇ ਕੁ ਹੋਣਗੇ। ਜਿਵੇਂ ਦੇਖੋ ਆਪਾਂ ਇਨਸਾਨ ਹਾਂ, ਆਪਾਂ ਇੱਕ ਉਸ 84 ਲੱਖ ਜੂਨ ਦੇ ਵਿੱਚ ਆਪਾਂ ਇੱਕ ਹਾਂ। ਆਵਰ ਕਾਊਂਟ ਇਜ਼ 1 ਐਂਡ ਹਾਊ ਮਨੀ ਹਿਊਮਨਸ ਆਰ ਦੇਅਰ ਇਨ ਦ ਹੋਲ ਵਰਲਡ। ਕਿੰਨੇ ਆਪਾਂ ਦੇਖੋ, 1 ਜੂਨ ਹੈ 84 ਲੱਖ ਵਿੱਚੋਂ। ਇਸ ਕਰਕੇ ਕਹਿੰਦੇ ਕਿੰਨੇ ਹੀ ਅਣਗਣਤ ਹੀ ਜੀਵ ਪਰਮਾਤਮਾ ਨੇ ਪੈਦਾ ਕੀਤੇ। ਲੇਖੈ ਅੰਦਰ ਸਭ ਕੋ। ਕਮਾਲ ਦੀ ਗੱਲ ਇਹ ਹੈ ਕਿ ਹਰ ਇੱਕ ਜੀਵ ਕਿਸੇ ਵੀ ਜੂਨ ਵਿੱਚ ਉਸ ਦਾ ਜਨਮ ਹੁੰਦਾ ਹੈ, ਉਹ ਜੰਮਦਾ ਹੈ, ਪਲਦਾ ਹੈ, ਮਰਦਾ ਹੈ। ਕਹਿੰਦੇ ਲੇਖੇ ਅੰਦਰ ਸਭ ਕੋ, ਕਹਿੰਦੇ ਲੇਖੇ ਦੇ ਅੰਦਰ ਹੀ ਸਾਰਿਆਂ ਨੂੰ ਰੱਖਿਆ ਹੋਇਆ ਹੈ। ਉਹਦਾ ਜਨਮ ਕਿਦੋਂ ਹੋਣਾ ਹੈ, ਉਹਨੇ ਕਿੱਥੇ ਪਲਣਾ ਹੈ, ਉਸਦੇ ਰਿਸ਼ਤੇਦਾਰ ਕਿਹੜੇ ਹੋਣੇ ਨੇ, ਮਾਂ ਪਿਓ ਕਿਹੜੇ ਹੋਣੇ ਨੇ, ਕਿਹਨਾਂ ਨੇ ਉਹਨੂੰ ਜਨਮ ਦੇਣਾ, ਕਿਹੜਾ ਵਸੀਲਾ ਉਹਦਾ ਜਨਮ ਦਾ ਬਣਨਾ, ਫਿਰ ਉਹਨੇ ਕਿਦੋਂ ਮਰਨਾ, ਕਿੱਥੇ ਮਰਨਾ, ਕਿਵੇਂ ਮਰਨਾ, ਉਹ ਵੀ ਪਰਮਾਤਮਾ ਨੇ ਲਿਖਿਆ ਹੈ। ਇਹ ਸਭ ਲੇਖੇ ਵਿੱਚ ਆ ਜਾਂਦਾ ਹੈ। ਲੇਖੇ ਅੰਦਰ ਸਭ ਕੋ, ਕਹਿੰਦੇ ਸਾਰੇ ਹੀ ਲੇਖੇ ਦੇ ਵਿੱਚ ਹੀ ਆਉਂਦੇ ਤੇ ਜਾਂਦੇ ਤੇ ਪਲਦੇ ਵੱਡੇ ਹੁੰਦੇ ਨੇ। ਇਹ ਸਭ ਕੁਝ ਲੇਖੇ ਵਿੱਚ ਹੈ। ਨਥਿੰਗ ਇਜ਼ ਬਿਯੋਂਡ ਦ ਕਾਊਂਟ, ਐਵਰੀਥਿੰਗ ਇਜ਼ ਵਿਦਿਨ ਦ ਕਾਊਂਟ ਹੈ। ਸਭ ਕੁਝ ਲੇਖੇ ਵਿੱਚ ਹੀ ਚੱਲਦਾ ਹੈ। ਇਸ ਕਰਕੇ ਇਹ ਜੀਵਨ ਜਿਹੜਾ ਹੈ ਪਰਮਾਤਮਾ ਨੇ ਬਖਸ਼ਿਸ਼ ਕੀਤਾ, ਇਹ ਇੱਕ ਲੇਖੇ ਦੇ ਵਿੱਚ ਹੀ ਬੰਦਾ ਲੇਖ ਆਉਂਦਾ ਹੈ। ਉਹ ਲੇਖੇ ਦੇ ਅੰਦਰ ਹੀ ਉਹ ਲੇਖਾਂ ਨੂੰ ਭੁਗਤਦਾ ਹੈ। ਉਹ ਲੇਖੇ ਦੇ ਜਿਹੜੇ ਹਨ ਸੰਪੂਰਨ ਹੋਣ ਤੇ ਹੀ ਆਪਣਾ ਸਰੀਰ ਛੱਡਦਾ ਹੈ। ਇਸ ਕਰਕੇ ਇਹ ਸਾਰਾ ਹੀ ਇੱਕ ਸਿਸਟਮ, ਸਾਈਕਲ ਪਰਮਾਤਮਾ ਨੇ ਬਣਾਇਆ ਹੈ। ਸਭਨਾ ਮਸਤਕ ਲੇਖ ਲਿਖਾਇਆ। ਹੁਣ ਦੇਖੋ ਕਹਿੰਦੇ ਹਰ ਇੱਕ ਜੀਵ ਭਾਵੇਂ ਕਿੱਡਾ ਵੀ ਛੋਟਾ ਹੋਵੇ, ਕਿੱਡਾ ਵੀ ਵੱਡਾ ਹੋਵੇ, ਸਾਰਿਆਂ ਦੇ ਮੱਥੇ ਤੇ ਇਹ ਲੇਖ ਲਿਖਿਆ ਹੋਇਆ ਹੈ। ਮਤਲਬ ਇਹ ਹੈ ਕਿ ਲੇਖੇ ਪਹਿਲਾਂ ਲਿਖੇ ਗਏ ਨੇ, ਜਨਮ ਤਾਂ ਬਾਅਦ ਵਿੱਚ ਹੀ ਮਿਲਦਾ ਹੈ। ਸੋ ਇਹ ਗੱਲ ਆਪਾਂ ਸਮਝ ਲਈਏ ਵੀ ਜੋ ਵੀ ਕੁਝ ਆਪਣੇ ਨਾਲ ਹੋ ਰਿਹਾ ਅੱਜ, ਇਹ ਤਾਂ ਪਹਿਲਾਂ ਲੇਖੇ ਵਿੱਚ ਲਿਖਿਆ ਗਿਆ ਹੈ। ਇਟਸ ਆਲਰੇਡੀ ਰਿਟਨ, ਇਟਸ ਡੈਸਟੀਨ ਹੋ ਚੁੱਕਿਆ ਹੈ। ਆਪਾਂ ਤਾਂ ਸਿਰਫ ਉਹਨੂੰ ਭੁਗਤਦੇ ਹੀ ਹਾਂ। ਸੋ ਇਸ ਕਰਕੇ ਕਿਤੇ ਵੀ ਜਿਹੜਾ ਹੈ, ਇਸ ਕਰਕੇ ਮਹਾਰਾਜ ਕਹਿੰਦੇ ਆ ਨਾ, ਜੋ ਕੁਝ ਆਪਣੇ ਨਾਲ ਹੁੰਦਾ ਆਪਾਂ ਕਰਦੇ ਹਾਂ, ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ, ਕਿਉਂਕਿ ਇਹ ਤਾਂ ਲੇਖਾ ਪਹਿਲਾਂ ਹੀ ਲਿਖਿਆ ਪਿਆ ਹੈ। ਇਹ ਤਾਂ ਲਿਖੇ ਲੇਖ ਨੂੰ ਆਪਾਂ ਭੁਗਤ ਰਹੇ ਹਾਂ। ਵੀ ਆਰ ਜਸਟ ਗੋਇੰਗ ਥਰੂ ਵਟ ਇਜ਼ ਆਲਰੇਡੀ ਡੈਸਟੀਨ ਫॉर ਅਸ ਮਚ ਮੋਰ ਅਰਲੀਅਰ ਦੈਨ ਆਵਰ ਬਰਥ। ਸੋ ਇਸ ਕਰਕੇ ਇਹ ਲੇਖੇ ਦੇ ਵਿੱਚ ਲੇਖ ਲਿਖਾਇਆ ਮਹਾਰਾਜ ਨੇ। ਇਹ ਲੇਖੇ ਜਿਹੜੇ ਹਨ ਮੱਥੇ ਤੇ, ਮਤਲਬ ਕਿ ਹਰ ਇੱਕ ਦੇ ਸਾਹਮਣੇ ਲਿਖੇ ਹੋਏ ਨੇ, ਤੇ ਆਪਾਂ ਉਹ ਹਾਂ ਜੋ ਲੇਖੇ ਨੂੰ ਨਾਲ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਆਪਾਂ ਭੁਗਤ ਰਹੇ ਹਾਂ। ਲੇਖੈ ਸਾਸ ਗਿਰਾਸ ਦੇ। ਦੇਖੋ ਲੇਖੇ, ਦੇਖੋ ਕਿੱਡਾ ਮਿਡਿਕਲਸ ਹੈ ਇਹ ਕੰਮ। ਕਹਿੰਦੇ ਲੇਖਾ ਕਿੱਥੋਂ ਤੱਕ ਹੈ? ਭਾਈ ਗੁਰਦਾਸ ਜੀ ਕਹਿੰਦੇ ਬੜਾ ਡਿਟੇਲ ਹੈ, ਕਿਉਂਕਿ ਸਾਸ ਗਿਰਾਸ, ਕਿੰਨੇ ਸਵਾਸ ਤੁਸੀਂ ਕੱਢਣੇ ਨੇ, ਹਮਨੀ ਬ੍ਰੈਥ ਜਿਹੜੇ ਤੁਸੀਂ ਐਕਸੇਲ ਕਰਨੇ ਨੇ, ਕਿੰਨੇ ਤੁਸੀਂ ਇਨਹੇਲ ਕਰਨੇ ਨੇ, ਉਹਨਾਂ ਦੀ ਸਾਰਿਆਂ ਦੀ ਗਿਣਤੀ ਹੈ। ਇੱਕ ਸਵਾਸ ਦੀ ਗਿਣਤੀ ਹੈ। ਲੇਖ ਲਿਖਾਰੀ ਅੰਤ ਨ ਪਾਇਆ। ਦੇਖੋ ਪਰ ਇਹ ਲੇਖ ਲਿਖਾਰੀ,
ਇਹ ਲੇਖ ਨੂੰ ਲਿਖਣ ਵਾਲਾ ਜਿਹੜਾ ਪਰਮਾਤਮਾ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਹਨੇ ਇਹ ਲੇਖ ਨੂੰ ਲਿਖਿਆ ਹੈ। ਤੋ ਦੇਖੋ ਇਹ ਲੇਖ ਕਿੰਨੇ ਜੀਵ ਹਨ ਸੰਸਾਰ ਵਿੱਚ, ਕਿੰਨੇ ਚਾਰ ਖਾਣਿਆਂ ਵਿੱਚ ਕਿੰਨੇ ਹਨ, ਕਹਿੰਦੇ ਕਿੰਨੇ ਹੀ ਬੇਅੰਤ ਹੀ ਲੇਖ ਨੇ, ਕਹਿੰਦੇ ਉਹਨਾਂ ਦਾ ਭਾਵੇਂ ਜਿਹੜਾ ਹਨ ਕੋਈ ਅੰਤ ਨਹੀਂ ਪਾ ਸਕਦਾ, ਨਾ ਲਿਖਣ ਵਾਲੇ ਦਾ ਕੋਈ ਅੰਤ ਪਾ ਸਕਦਾ ਹੈ। ਆਪ ਅਲੇਖ ਨਾ ਅਲਖ ਲਿਖਾਇਆ। ਦੇਖੋ ਆਪ ਅਲੇਖ, ਲਿਖਣ ਵਾਲਾ ਪਰਮਾਤਮਾ ਅਲੇਖ ਹੈ, ਉਹਦੇ ਮੱਥੇ ਤੇ ਕੋਈ ਲੇਖ ਨਹੀਂ, ਉਹ ਲੇਖਾਂ ਤੋਂ ਪਰੇ ਹੈ। ਉਹ ਪਰਮਾਤਮਾ ਐਸਾ ਹੈ ਜਿਹੜਾ ਕਿ ਲੇਖੇ ਵਿੱਚ ਨਹੀਂ ਹੈ। ਇਸ ਕਰਕੇ there is no system, there is no condition to bound ਪਰਮਾਤਮਾ, there is nothing। ਸੋ ਕਿਉਂਕਿ ਪਰਮਾਤਮਾ ਟੋਟਲੀ ਇੰਡੀਪੈਂਡੈਂਟ ਹੈ, ਜੋ ਮਰਜ਼ੀ ਪਰਮਾਤਮਾ ਕਰ ਸਕਦਾ ਹੈ। ਲੇਖ ਅਲੇਖ ਨਾ ਅਲਖ ਲਿਖਾਇਆ, ਤੇ ਕਹਿੰਦੇ ਦੇਖ ਫਿਰ ਨਾ ਅਲਖ ਜਿਹੜਾ ਹੈ ਨਾ ਅਲਖ, ਉਹ ਆਪ ਅਲਖ ਰੂਪ ਹੋ ਕੇ ਆਪੇ ਆਪ ਨੂੰ ਲਿਖਾਉਂਦਾ ਵੀ ਨਹੀਂ, ਦਿਖਾਉਂਦਾ ਵੀ ਨਹੀਂ ਕਿ ਮੈਂ ਲਿਖੇ ਆ ਤੁਹਾਡੇ ਲੇਖ। ਹਾਂਜੀ ਮੇਰੇ ਕੋਲ ਆਓ, ਮੈਂ ਬਦਲਾਉਂਦਾ ਤੁਹਾਡੇ ਲੇਖ। ਦੇਖੋ ਜਦੋਂ ਕੋਈ ਮਾਲਕ ਬਣਦਾ ਹੈ ਨਾ, ਉਹ ਨੌਕਰ ਨੂੰ ਆਪਣੇ ਕੰਟਰੋਲ ਵਿੱਚ ਰੱਖਦਾ ਹੈ, ਤੂੰ ਮੇਰੇ ਕੰਟਰੋਲ ਵਿੱਚ ਰਹਿਣਾ ਕਿਉਂਕਿ ਤੇਰੇ ਲੇਖ ਮੇਰੇ ਲਿਖੇ ਹੋਏ ਹਨ, ਵੀ ਤੇਰੀ ਤਨਖਾਹ ਮੈਂ ਦੇਣੀ ਹੈ, ਤੇਰੇ ਬੈਨੀਫਿਟਸ ਮੈਂ ਦੇਣੇ ਨੇ, ਤੇ ਤੇਰਾ ਜਿਹੜਾ ਪ੍ਰਮੋਸ਼ਨ ਮੈਂ ਡਿਸਾਈਡ ਕਰਨਾ ਹੈ। ਬੰਦਾ ਕੰਟਰੋਲ ਵਿੱਚ ਰੱਖਦਾ, ਪਰ ਇੱਥੇ ਪਰਮਾਤਮਾ ਡਿਫਰੈਂਟ ਹੈ। ਭਾਈ ਗੁਰਦਾਸ ਜੀ ਕਹਿੰਦੇ ਆਪ ਅਲੇਖ ਨਾ ਅਲਖ ਲਿਖਾਇਆ, ਕਹਿੰਦੇ ਆਪ ਅਲੇਖ ਹੋ ਕੇ ਆਪ ਸਾਰੇ ਲੇਖਾਂ ਨੂੰ ਲਿਖਣ ਕਰਕੇ ਭੁਗਤਾਉਂਦਾ ਵੀ ਆਪ ਹੈ, ਪਰ ਫਿਰ ਕਹਿੰਦੇ ਅਲਖ ਲਿਖਾਇਆ, ਕਹਿੰਦੇ ਕਿ ਆਪ ਅਲਖ ਹੋ ਕੇ ਰਹਿੰਦਾ ਹੈ ਪਰ ਆਪਣੇ ਪਿਆਰਿਆਂ ਨੂੰ ਲਿਖਾਇਆ ਦਿਖਾ ਦਿੰਦਾ ਹੈ। ਉਹ ਜਿਹੜਾ ਇਹ ਸੋਝੀ ਆਪਣੇ ਪਿਆਰਿਆਂ ਨੂੰ ਦਿੰਦਾ ਹੈ। ਇਸ ਕਰਕੇ ਜਿਹੜੀ ਹੈ ਭਾਈ ਗੁਰਦਾਸ ਨੇ ਦੇਖੋ ਆਪਾਂ ਨੂੰ ਉਹ ਗੱਲ ਸਮਝਾਈ ਹੈ ਜਿਹੜਾ ਬੰਦਾ ਕਿਤੇ ਵੀ ਨਹੀਂ ਸਮਝ ਸਕਦਾ। ਜੇ ਤੁਸੀਂ ਕੋਸ਼ਿਸ਼ ਕਰੋ ਨਾ, ਮੇਰੇ ਕੋਲ ਇੰਨਾ ਗਿਆਨ ਹੋਵੇ, ਮੈਨੂੰ ਇੰਨਾ ਜ਼ਿਆਦਾ ਮੇਰੇ ਕੋਲ ਜਿਹੜਾ ਹਨ ਸੂਖਸ਼ਮ ਰੂਪ ਦੇ ਵਿੱਚ, ਪ੍ਰਗਟ ਰੂਪ ਵਿੱਚ ਇੰਨਾ ਗਿਆਨ ਹੋਵੇ, ਕਹਿੰਦੇ ਨਹੀਂ ਜਾਣ ਸਕਦੇ। ਜਿਹੜੀ ਗੱਲ ਆਪਾਂ ਨੂੰ ਭਾਈ ਗੁਰਦਾਸ ਨੇ ਇੰਨੇ ਸਰਲ ਸ਼ਬਦਾਂ 'ਚ ਸਮਝਾ ਦਿੱਤਾ, ਕਹਿੰਦੇ ਉਹ ਪਰਮਾਤਮਾ ਆਪ ਹੀ ਆਪਣੇ ਆਪ ਨੂੰ ਲਿਖਾ ਦਿੰਦਾ ਹੈ। ਜਦੋਂ ਸਮਾਂ ਆਉਂਦਾ ਹੈ ਜਿਹੜਾ ਉਹਦੇ ਨਾਲ ਪਿਆਰ ਕਰਦਾ, ਗੁਰੂ ਦੇ ਸਦਕੇ, ਗੁਰੂ ਦੀ ਕਿਰਪਾ ਨਾਲ ਗੁਰੂ ਆਪਣੇ ਆਪ ਵਿੱਚ ਮੇਲ ਲੈਂਦਾ, ਕਿਉਂਕਿ ਗੁਰੂ ਹੀ ਪਰਮਾਤਮਾ ਹੈ। ਲੇਖੈ ਸਾਸ ਗਿਰਾਸ ਦੇ, ਲੇਖ ਲਿਖਾਰੀ ਅੰਤ ਨਾ ਪਾਇਆ, ਆਪ ਅਲੇਖ ਨਾ ਅਲਖ ਲਿਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।